ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਸੋ ਆਓ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਵਿਚਾਰ ਪਾਵਨ ਅੰਗ 295 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਸੰਪੂਰਨਤਾ ਕਰ ਰਹੇ ਹਨ ਮਹਾਰਾਜ। 24ਵਾਂ ਸ਼ਲੋਕ, ਜਿਸ ਦੇ ਰਾਹੀਂ ਸਤਿਗੁਰੂ ਅੱਜ ਪਾਵਨ ਉਪਦੇਸ਼ ਬਖਸ਼ ਰਹੇ ਹਨ। ਅਸੀਂ ਪੂਰਨ ਹਰੀ ਵਾਹਿਗੁਰੂ ਨੂੰ ਪੂਰੇ ਸਤਿਗੁਰਾਂ ਦੁਆਰਾ ਦਿਲ ਦੀ ਭਾਵਨਾ ਨਾਲ ਅਰਾਧਿਆ ਚੇਤੇ ਕੀਤਾ ਹੈ, ਜਿਸ ਦਾ ਨਾਉ ਕਹੀਏ ਨਾਮ ਵੀ ਪੂਰਨ ਹੈ। ਸਤਿਨਾਮ ਤੇਰਾ ਪਰਾ ਪੂਰਬਲਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪੂਰਨ ਪਰਮੇਸ਼ਰ ਦੇ ਗੁਣਾਂ ਨੂੰ ਗੁਰਾਂ ਦੁਆਰਾ ਗਾ ਕੇ ਅਸੀਂ ਪੂਰਨ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ। ਅਸ਼ਟਪਦੀ ਅੱਗੇ ਅਸ਼ਟਪਦੀ ਰਾਹੀਂ ਕਿਰਪਾ ਕਰ ਰਹੇ ਹਨ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਹੇ ਭਾਈ, ਪਰਮੇਸ਼ਰ ਦੀ ਪ੍ਰਾਪਤੀ ਲਈ ਪੂਰਨ ਸਤਿਗੁਰਾਂ ਦਾ ਉਪਦੇਸ਼ ਸੁਣਨਾ ਕਰੋ। ਪਾਰ ਬ੍ਰਹਮ ਜੋ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਹੈ, ਉਸ ਨੂੰ ਆਪਣੇ ਨੇੜੇ ਤੋਂ ਨੇੜੇ ਦੇਖਣਾ ਕਰੋ। ਸਿੱਖ ਕਹਿਣ ਲੱਗੇ ਕਿ ਗਰੀਬ ਨਿਵਾਜ ਪਰਮੇਸ਼ਰ ਨੇੜੇ ਦੇਖਿਆ ਨਹੀਂ ਜਾਂਦਾ, ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਭਰਮ ਚੁੱਕੇ ਤੋਂ ਦੇਖਿਆ ਜਾਵੇਗਾ। ਭਰਮ ਚੁੱਕਣ ਦੀ ਇਹ ਵਿਧੀ ਹੈ। ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਹੇ ਭਾਈ, ਉਸ ਗੋਬਿੰਦ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਵਰ ਵਾਹਿਗੁਰੂ ਦਾ ਸਵਾਸ ਸਵਾਸ ਸਿਮਰਨ ਕਰਨਾ ਕਰੋ। ਤੁਹਾਡੇ ਮਨ ਹਿਰਦੇ ਦੇ ਅੰਦਰ ਦੀ ਚਿੰਦ ਚਿੰਤਾ ਵੀ ਉਤਰ ਜਾਵੇਗੀ, ਭਾਵ ਮਿਟ ਜਾਵੇਗੀ। ਫਿਰ ਪ੍ਰਸ਼ਨ ਕਰਦੇ ਹਨ ਸਤਿਗੁਰੂ ਜੀ, ਚਿੰਤਾ ਮਿਟਦੀ ਨਹੀਂ। ਗੁਰ ਉੱਤਰ ਬਖਸ਼ਦੇ ਆ, ਚਿੰਤਾ ਤਾਂ ਮਿਟੇਗੀ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ। ਝੂਠੇ ਪਦਾਰਥਾਂ ਦੀ ਆਸ ਇੱਛਾ ਨੂੰ ਅਤੇ ਮਨ ਦੇ ਤਰੰਗ ਜੋ ਵਲ ਵਲੇਵੇ ਹਨ, ਭਾਵ ਲਹਿਰਾਂ ਵੱਤ ਫੁਰਨੇ ਹਨ, ਉਹਨਾਂ ਨੂੰ ਛੱਡਣਾ ਕਰੋ। ਅਨਿਤ ਨਾਸ ਰੂਪ ਤੋਂ ਪਦਾਰਥ ਪਾਣੀ ਦੀਆਂ ਲਹਿਰਾਂ ਵੱਤ ਹਨ, ਉਹਨਾਂ ਦੀ ਆਸ ਚਾਹਨਾ ਨੂੰ ਤਿਆਗਣਾ ਛੱਡਣਾ ਕਰੋ। ਇਹਨਾਂ ਆਸਾਂ ਨੂੰ ਮਿਟਾਉਣ ਲਈ ਮਹਾਤਮਾ ਜਨਾਂ ਦੀ ਚਰਨ ਧੂੜੀ ਦੀ ਮਨ ਹਿਰਦੇ ਵਿੱਚ ਮੰਗਣਾ ਕਰੋ। ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ। ਆਪਾ ਭਾਵ ਛੱਡ ਕੇ ਤਿਆਗ ਕੇ ਹਰੀ ਵਾਹਿਗੁਰੂ ਦੇ ਅੱਗੇ ਬੇਨਤੀ ਅਰਦਾਸ ਕਰਨਾ ਕਰੋ। ਫਿਰ ਸਤ ਸੰਗਤ ਕਰਕੇ ਤ੍ਰਿਸ਼ਨਾ ਰੂਪੀ ਅੱਗ ਦੇ ਸਾਗਰ ਸਮੁੰਦਰ ਭਾਵ ਸੰਸਾਰ ਸਮੁੰਦਰ ਤੋਂ ਤਰ ਜਾਵੋਗੇ। ਹਰ ਧਨ ਕੇ ਭਰ ਲੇਹੁ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਹਰੀ ਵਾਹਿਗੁਰੂ ਦੇ ਨਾਮ ਰੂਪੀ ਧਨ ਦੇ ਨਾਲ ਆਪਣੇ ਹਿਰਦੇ ਰੂਪੀ ਭੰਡਾਰਿਆਂ ਨੂੰ ਭਰ ਲੈਣਾ ਕਰੋ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਫਿਰ ਪਾਛੈ ਪਛਤਾਹੋਗੇ, ਪ੍ਰਾਨ ਜਾਹੇਂਗੇ ਛੂਟ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਮਸਕਾਰ ਬੰਦਨਾ ਕਰੋ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਹੇ ਭਾਈ, ਤਦ ਤੁਹਾਡੀ ਖੇਮ ਰੱਖਿਆ ਕੁਸਲ ਸੁਖ ਅਤੇ ਪਰਮੇਸ਼ਰ ਦਾ ਆਨੰਦ ਸੁਭਾਵਕ ਹੀ ਪ੍ਰਾਪਤ ਹੋ ਜਾਵੇਗਾ। ਸਹਿਜ ਸਰੂਪ ਦਾ ਆਨੰਦ ਪ੍ਰਗਟ ਹੋ ਜਾਵੇਗਾ। ਜਦ ਸਾਧ ਸੰਗ ਸ੍ਰੇਸ਼ਟ ਜਨਾਂ ਦੀ
ਸੰਗਤ ਵਿੱਚ ਮਿਲ ਕੇ ਪਰਮਾਨੰਦ ਵੱਡੇ ਆਨੰਦ ਸਰੂਪ ਹਰੀ ਵਾਹਿਗੁਰੂ ਦੇ ਨਾਮ ਨੂੰ ਭਜ ਕੇ ਸਿਮਰਨਾ ਕਰੋਗੇ। ਨਰਕ ਨਿਵਾਰ ਉਧਾਰੋ ਜੀਉ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਨਰਕਾਂ ਦੇ ਦੁੱਖਾਂ ਨੂੰ ਨਿਵਰਤ ਕਰਕੇ ਆਪਣੇ ਜੀਵ ਆਤਮਾ ਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕਰੋ। ਜੀਵ ਜੋ ਹਰ ਵਕਤ ਨਰਕਾਂ ਵਿੱਚ ਪੈਣ ਵਾਲੀਆਂ ਕਰਤੂਤਾਂ ਕਰਦਾ ਹੈ, ਉਹਨਾਂ ਕਰਤੂਤਾਂ ਨੂੰ ਨਿਵਾਰੋ ਭਾਵ ਦੂਰ ਕਰਕੇ ਨਿਵਰਤ ਕਰਕੇ ਆਪਣੇ ਜੀਓ ਜੀ ਨੂੰ ਕੁਸੰਗਤ ਵੱਲੋਂ ਬਚਾ ਕੇ ਉਧਾਰੋ ਉਧਾਰਨਾ ਕਰੋ, ਬਚਾ ਲਵੋ। ਹੇ ਭਾਈ, ਗੋਬਿੰਦ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਅੰਮ੍ਰਿਤ ਰਸ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਰਸ ਨੂੰ ਪੀਣਾ ਕਰੋ। ਗੋਬਿੰਦ ਦੇ ਗੁਣਾਂ ਨੂੰ ਗਾ ਕੇ ਆਤਮਾ ਆਨੰਦ ਰੂਪੀ ਅੰਮ੍ਰਿਤ ਰਸ ਨੂੰ ਪੀਣਾ ਕਰੋ। ਚਿਤ ਚਿਤ ਵਹੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਹਰ ਵਕਤ ਹਿਰਦੇ ਦੇ ਵਿੱਚ ਉਸ ਇੱਕ ਨਾਰਾਇਣ ਨਰਾਂ ਦੇ ਆਇਣ ਘਰ ਹਰੀ ਵਾਹਿਗੁਰੂ ਨੂੰ ਚਿਤਵਣਾ ਕਰੋ, ਯਾਦ ਕਰਨਾ ਕਰੋ। ਉਸ ਪਰਮੇਸ਼ਰ ਦਾ ਨਿਰਗੁਣ ਸਰੂਪ ਹੋਣ ਕਰਕੇ ਇੱਕੋ ਸਰੂਪ ਹੈ, ਪਰ ਜਾ ਕੇ ਜਿਸ ਦੇ ਸਰਗੁਣ ਸਰੂਪ ਹੋਣ ਕਰਕੇ ਅਨੇਕਾਂ ਪ੍ਰਕਾਰ ਦੇ ਰੰਗ ਅਨੇਕ ਕਹੀਏ ਕੌਤਕ ਭਾਵ ਖੇਲ ਹਨ। ਗੋਪਾਲ ਦਾਮੋਦਰ ਦੀਨ ਦਇਆਲ, ਦੁਖ ਭੰਜਨ ਪੂਰਨ ਕਿਰਪਾਲ। ਜੋ ਦੀਨ ਗਰੀਬਾਂ ਤੇ ਦਇਆਲ ਦਇਆਲਤਾ ਕਰਨ ਵਾਲਾ, ਗੋਪਾਲ ਗੋ ਪ੍ਰਿਥਵੀ ਦੀ ਪਾਲ ਪਾਲਣਾ ਕਰਨ ਵਾਲਾ ਦਾਮੋਦਰ ਪਰਮੇਸ਼ਰ ਹੈ। ਜੰਮਣ ਮਰਨ ਦੇ ਦੁੱਖਾਂ ਨੂੰ ਭੰਜਨ ਕੀਏ ਭੰਨਣ ਵਾਲਾ, ਸਾਰਿਆਂ ਥਾਵਾਂ ਵਿੱਚ ਪੂਰਨ ਵਿਆਪਕ ਕਿਰਪਾਲ ਕਿਰਪਾਲੂ ਭਾਵ ਕਿਰਪਾ ਦਾ ਘਰ ਪਰਮੇਸ਼ਰ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਉਸ ਦੇ ਨਾਮ ਨੂੰ ਬਾਰੰਬਾਰ ਕਹੀਏ ਮੁੜ ਮੁੜ ਕੇ ਜਪਣਾ ਕਰੋ, ਸਿਮਰਨਾ ਕਰੋ, ਯਾਦ ਕਰੋ। ਰਾਤ ਦਿਨ ਨਾਮ ਨੂੰ ਬਾਰ ਬਾਰ ਸਿਮਰਨਾ ਕਰੋ। ਇਹ ਮਨੁੱਖਾ ਜਨਮ ਦੀ ਵਾਰੀ ਵਿੱਚ ਪ੍ਰਭੂ ਨਾਮ ਨੂੰ ਵਾਰ-ਵਾਰ ਸਿਮਰਨਾ ਕਰੋ। ਬਾਰੰਗ ਇੰਦਰੀਆਂ ਨੂੰ ਬਾਰ ਵਰਜ ਕੇ ਸਿਮਰਨਾ ਕਰੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹੋ ਨਾਮ ਹੀ ਜੀ ਹਿਰਦੇ ਦਾ ਲੋਕ ਪਰਲੋਕ ਵਿੱਚ ਆਧਾਰ ਆਸਰਾ ਰੂਪ ਹੈ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਸ੍ਰੇਸ਼ਟ ਗੁਰਾਂ ਦੇ ਬਚਨ ਵਾਕ ਪਰਮੇਸ਼ਰ ਦੇ ਜਸ ਦੇ ਉੱਤਮ ਸ੍ਰੇਸ਼ਟ ਸਲੋਕ ਛੰਦ ਹਨ। ਸਾਧ ਸ੍ਰੇਸ਼ਟ ਸਤਿਗੁਰਾਂ ਦੇ ਬਚਨ ਉੱਤਮ ਸ੍ਰੇਸ਼ਟ ਜਸ ਦੇ ਦੇਣ ਵਾਲੇ ਹਨ। ਬ੍ਰਹਮ ਲੋਕ ਦੇ ਉੱਤਮ ਸਰੂਪ ਦੇ ਤਾਈਂ ਸਿਖਿਆਤ ਕਰਨ ਵਾਲੇ ਸਾਧ ਰੂਪ ਗੁਰਾਂ ਦੇ ਬਚਨ ਹਨ। ਸਤਿਗੁਰਾਂ ਦੇ ਬਚਨ ਰਤਨ ਮਾਣਕ ਵੱਤ ਦੇ ਲਾਲ ਦੀ ਨਿਆਈ ਅਮਲੀਕ ਬੇਕੀਮਤੇ ਹਨ। ਸਤਿਗੁਰਾਂ ਦੇ ਲਾਲ ਪ੍ਰੇਮ ਤੇ ਰਤਨ ਵੈਰਾਗਮਈ ਇਹ ਬਚਨ ਅਮਲੀਕ ਅਮੋਲਕ ਹਨ। ਫਿਰ ਪ੍ਰਸ਼ਨ ਕਰਦੇ ਲਾਲ ਤੇ ਰਤਨ ਤਾਂ ਮੁੱਲ ਮਿਲ ਜਾਂਦੇ ਹਨ ਕਿ ਗੁਰੂ ਦੇ ਬਚਨ ਵੀ ਮੁੱਲ ਮਿਲਦੇ ਹਨ। ਗੁਰ ਉੱਤਰ ਬਖਸ਼ਦੇ ਆ ਸਤਿਗੁਰਾਂ ਦੇ ਬਚਨ ਕਿਤੋਂ ਵੀ ਮੁੱਲ ਨਹੀਂ ਮਿਲਦੇ, ਅਮੋਲਕ ਹਨ, ਕਿਤੋਂ ਨਹੀਂ ਮਿਲਦੇ। ਸਤਿਗੁਰਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਹੀ ਮਿਲ ਸਕਦੇ ਆ। ਅਮੁੱਲੀ ਕਲਾ ਲਈ ਹਿਰ ਤਨ, ਅਮੁੱਲੀ ਅਮੋਲਕ ਕਲਾ ਸ਼ਕਤੀ ਵਿੱਚ ਰੱਖ ਕੇ ਦੇਹ ਦੇ ਅੰਦਰ ਹੀ ਵਾਹਿਗੁਰੂ ਨੂੰ ਦੇਖ ਲਈਦਾ ਹੈ। ਇਤਨੀ ਅਮੋਲਕ ਕਲਾ ਇਹਨਾਂ ਵਿੱਚ ਭਰੀ ਹੋਈ ਹੈ, ਇਹ ਤਨ ਦਾ ਅਭਿਮਾਨ ਲਾਹ ਲੈਂਦੇ ਹਨ। ਸੋ ਪਾਠ ਜੋ ਅਮਲੀਕ ਲਾਲ ਇਹ ਰਤਨ ਹੀ ਕਰਨਾ ਹੈ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕਹਿ ਨਿਸਤਾਰ। ਜਿਹੜਾ ਇਹਨਾਂ ਬਚਨਾਂ ਨੂੰ ਸ਼ਰਧਾ ਭਾਵਨਾ ਨਾਲ ਸੁਣ ਕੇ ਕਮਾਵੇਗਾ ਨਾ, ਉਸ ਦਾ ਸੰਸਾਰ ਸਮੁੰਦਰ ਤੋਂ ਉਧਾਰ ਹੋ ਜਾਵੇਗਾ। ਉਹ ਆਪ ਵੀ ਮੁਕਤ ਹੋ ਕੇ ਤਰ ਜਾਵੇਗਾ ਅਤੇ ਜਿਹੜੇ ਲੋਕ ਉਸ ਦੇ ਸੰਗੀ ਹੋਣਗੇ ਉਹਨਾਂ ਅਧਿਕਾਰੀ ਜਨਾਂ ਨੂੰ ਵੀ ਨਿਸਤਾਰ ਤਾਰ ਦੇਵੇਗਾ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ। ਉਸ ਦੀ ਜੀਵਨ ਜ਼ਿੰਦਗੀ ਸਫਲੀ ਹੈ।
ਉਸ ਦਾ ਸੰਗ ਸਾਥ ਕਰਨਾ ਵੀ ਸਫਲ ਸਹਿਤ ਫਲਦੇ ਹੈ। ਜਿਸ ਦੇ ਮਨ ਹਿਰਦੇ ਵਿੱਚ ਹਰੀ ਵਾਹਿਗੁਰੂ ਦਾ ਪ੍ਰੇਮ ਰੰਗ ਲੱਗਿਆ ਹੋਇਆ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ। ਜਿਸ ਦੇ ਅੰਦਰ ਇੱਕ ਰਸ ਵਾਹਿਗੁਰੂ ਦੇ ਸ਼ਬਦ ਦਾ ਵਾਜਾ ਉਚਾਰਨ ਹੁੰਦਾ, ਉਸ ਦੀ ਸਾਰੀ ਦੁਨੀਆ ਜੈ ਜੈਕਾਰ ਕਰਨ ਲੱਗ ਜਾਂਦੀ। ਉਹ ਸਾਰੀ ਦੁਨੀਆ ਵਿੱਚ ਜਿੱਤ ਵਾਲਾ ਹੋ ਜਾਂਦਾ, ਮਨ ਤੇ ਇੰਦਰੀਆਂ ਨੂੰ ਵੀ ਜਿੱਤ ਲੈਂਦਾ। ਜਿਸ ਪੁਰਖ ਦੇ ਅੰਦਰ ਅਨਾਹਦ ਕਹੀਏ ਹੱਦ ਤੋਂ ਰਹਿਤ ਬ੍ਰਹਮ ਦੇ ਵਾਜੇ ਪ੍ਰਗਟ ਹੁੰਦੇ ਹਨ, ਉਸ ਦੀ ਲੋਕ ਪ੍ਰਲੋਕ ਵਿੱਚ ਜੈ ਜੈਕਾਰ ਹੁੰਦੀ ਹੈ। ਸੋ ਐਸੀ ਧੁਨ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਸੁਣ ਕੇ ਆਤਮਕ ਆਨੰਦ ਕਹੀਏ ਸੁਖ ਨੂੰ ਮਾਨਣਾ ਕਰਦਾ ਹੈ। ਉਸ ਦੇ ਹਿਰਦੇ ਅੰਦਰ ਪਰਮੇਸ਼ਰ ਗਾਜੈ ਪ੍ਰਗਟ ਹੋ ਜਾਂਦਾ ਹੈ। ਪ੍ਰਗਟੇ ਗੋਪਾਲ ਮਹਾਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ। ਗੋਪਾਲ ਕਹੀਏ ਗੋ ਨਾਮ ਪ੍ਰਿਥਵੀ ਦੇ ਪਾਲ ਨਾਮ ਪਾਲਕ ਪਰਮੇਸ਼ਰ ਮਹਾਤ ਮਹਾਤਮਾ ਦੇ ਮੱਥੇ ਭਾਵ ਅੰਤਹਿਕਰਨ ਦੇ ਅੰਦਰ ਪ੍ਰਗਟੇ ਕਹੀਏ ਪ੍ਰਤੱਖ ਹੋ ਆਉਂਦਾ ਹੈ। ਜੋ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਮਹਾਤਮਾ ਪੂਜਨੀਕ ਹਨ, ਉਹਨਾਂ ਦੇ ਮੱਥੇ ਭਾਵ ਅੰਤਹਿਕਰਨ ਵਿੱਚ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਉਹਨਾਂ ਮਹਾਤਮਾ ਜਨਾਂ ਦੇ ਸਾਥੇ ਨਾਲ ਹੋਰ ਵੀ ਉਦਰੇ ਕੀਏ ਮੁਕਤ ਹੋ ਜਾਂਦੇ ਹਨ। ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਸਰਨਾਗਤ ਨੂੰ ਓਟ ਦੇਣੇ ਦੇ ਯੋਗ ਲਾਇਕ ਸ਼ਰਵਣ ਕਰਕੇ ਅਸੀਂ ਪਰਮੇਸ਼ਰ ਦੀ ਸ਼ਰਨੀ ਓਟ ਵਿੱਚ ਆਏ ਹਾਂ, ਤਾਂ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਹਰੀ ਵਾਹਿਗੁਰੂ ਨੇ ਗੁਰਾਂ ਦੁਆਰਾ ਆਪਣੇ ਨਾਲ ਮਿਲਾਏ ਕਹੀਏ ਮੇਲ ਲਿਆ ਹੈ। ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਉਦੋਂ ਵੈਰ ਭਾਵ ਮਿਟ ਗਏ, ਨਾਸ ਹੋ ਗਏ ਅਤੇ ਸਾਰਿਆਂ ਦੀ ਚਰਨ ਧੂੜੀ ਹੋਏ ਹਾਂ, ਜਦੋਂ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਸਾਧੂਆਂ ਦੀ ਸੰਗਤ ਵਿੱਚੋਂ ਲੈਣਾ ਕੀਤਾ। ਸੋ ਪ੍ਰਸੰਨ ਭਏ ਗੁਰ ਦੇਵ, ਪੂਰਨ ਹੋਈ ਸੇਵਕ ਕੀ ਸੇਵ। ਫਿਰ ਸ੍ਰੀ ਗੁਰਦੇਵ ਗੁਰੂ ਨਾਨਕ ਦੇਵ ਜੀ ਸੋ ਭਲੀ ਪ੍ਰਕਾਰ ਪ੍ਰਸੰਨ ਹੋਏ। ਇਉਂ ਮੇਰੀ ਸੇਵਕ ਦਾਸ ਦੀ ਟਹਿਲ ਸੇਵ ਭਗਤੀ ਸਫਲ ਹੋਈ ਤੇ ਸਤਿਗੁਰਾਂ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾ ਦਿੱਤੀ ਹੈ। ਆਲ ਜੰਜਾਲ ਬੇਕਾਰ ਤੇ ਰਹਤੇ, RAM ਨਾਮ ਸੁਨ ਰਸਨਾ ਕਹਤੇ। ਆਲ ਘਰ ਦੇ ਜੰਜਾਲ ਬੰਧਨ ਆਪਣੇ ਘਰ ਦੇ ਪੁੱਤਰ ਪੋਤਿਆਂ ਤੇ ਵਿਸ਼ੇ ਵਿਕਾਰ ਤੋਂ ਰਹਤੇ ਰਹਿਤ ਹੋ ਗਏ ਹਾਂ। ਆਲ ਸਮੂਹ ਜੰਜਾਲਾਂ ਦੇ ਬੰਧਨਾਂ ਤੇ ਵਿਕਾਰਾਂ ਤੋਂ ਰਹਿਤ ਹੋ ਗਏ ਹਾਂ। ਹੁਣ ਪਰਮੇਸ਼ਰ ਦੇ ਨਾਮ ਨੂੰ ਕੰਨਾਂ ਨਾਲ ਸ਼ਰਵਣ ਕਰਦੇ ਤੇ ਰਸਨਾ ਜੀਭਾਂ ਨਾਲ ਕਹਤੇ ਭਾਵ ਉਚਾਰਨ ਕਰਦੇ ਰਹਿੰਦੇ ਹਾਂ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ। ਜਦੋਂ ਸਤਿਗੁਰਾਂ ਨੇ ਪ੍ਰਸਾਦ ਕਿਰਪਾ ਕਰ ਦਿੱਤੀ ਤਾਂ ਪ੍ਰਭੂ ਹਰੀ ਵਾਹਿਗੁਰੂ ਨੇ ਵੀ ਦਇਆ ਦਇਆਲਤਾ ਧਾਰੀ। ਪ੍ਰਸਾਦ ਕਿਰਪਾ ਕਰਨ ਵਾਲੇ ਹਰੀ ਵਾਹਿਗੁਰੂ ਨੇ ਦਇਆ ਦ੍ਰਿਸ਼ਟੀ ਧਾਰੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਸਾਡੀ ਭਾਉ ਭਗਤੀ ਰੂਪ ਮਨੁੱਖਾ ਜਨਮ ਰੂਪ ਖੇਪ ਹੁੰਦੀ ਪੂੰਜੀ ਸਿਰ ਤੋੜ ਨਿਭ ਗਈ ਹੈ। ਇਹ ਸੁਖਮਨੀ ਸਾਹਿਬ ਦੀ ਖੇਪ ਪੂੰਜੀ ਰੂਪ ਬਾਣੀ ਜੀਵਾਂ ਦੇ ਅੱਠੇ ਪਹਿਰ ਦੇ ਸਵਾਸਾਂ ਦੀ ਸਫਲਤਾ ਲਈ ਜੋ ਤਿਆਰ ਕੀਤੀ ਹੈ, ਇਹ ਪੂਰੀ ਨਿਭੀ ਨਿਭ ਗਈ ਹੈ। ਭਾਵੇਂ ਬਾਣੀ ਦਾ ਸੰਪੂਰਨਤਾ ਦਾ ਭੋਗ ਪੈ ਗਿਆ ਹੈ। ਅਗਲੀਆਂ 4 ਪੌੜੀਆਂ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਅਤੇ ਸੁਣਨ ਦਾ ਮਹਾਤਮ ਕਥਨ ਕਰਦੇ ਹਨ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸਤਿਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਹੇ ਮੇਰੇ ਸੰਤ ਮਹਾਤਮਾ ਜਨੋ ਤੇ ਮੀਤ ਸੱਜਣ ਪਿਆਰਿਓ, ਪ੍ਰਭੂ ਹਰੀ ਵਾਹਿਗੁਰੂ ਦੀ ਹਰ ਵਕਤ ਹੀ ਉਸਤਤ ਮਹਿਮਾ ਕਰਦੇ ਰਿਹਾ ਕਰੋ
ਸਾਵਧਾਨ ਸੁਚੇਤ ਤੇ ਇਕਾਗਰ ਚੰਚਲਤਾ ਤੋਂ ਰਹਿਤ ਇੱਕ ਚਿੱਤ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰੋ। हे ਸੰਤ ਜਨੋ, ਸਾਵਧਾਨ ਹੋ ਕੇ ਇਕਾਗਰ ਚੀਤ ਹਿਰਦੇ ਨਾਲ ਇਸ ਹਰੀ ਵਾਹਿਗੁਰੂ ਦੀ ਉਸਤਤ ਮਹਿਮਾ ਰੂਪ ਸੁਖਮਨੀ ਸਾਹਿਬ ਬਾਣੀ ਨੂੰ ਪੜ੍ਹਨਾ ਕਰੋ। ਉਸਤਤ ਕਰਨ ਵੇਲੇ ਮੂੜ ਬਿਰਤੀ ਨਾ ਰੱਖਣਾ ਕਰੇ। ਜਿਹੜੇ ਬਖਈ ਵਿਸ਼ਿਆਂ ਦੀ ਇੱਛਾ ਬਣੀ ਰਹਿਣੀ, ਕੁਝ ਖਾਣ ਪੀਣ ਦੀ ਹੋਰ ਪ੍ਰਾਪਤੀ ਦੀ ਉਹ ਮੂੜ ਪਾਂਬਰ ਪੁਰਖ ਹੁੰਦੇ ਹਨ। ਉਹਨਾਂ ਦੀ ਸ਼ਿਫਤ ਬਿਰਤੀ ਮੱਸਿਆ ਦੀ ਰਾਤ ਵਾਂਗੂ ਜਿਵੇਂ ਚੰਦ ਨਹੀਂ ਦਿਸਦਾ ਹੁੰਦਾ ਨਾ, ਇਉਂ ਉਹਨਾਂ ਦੇ ਹਿਰਦੇ ਅੰਦਰ ਅਗਿਆਨ ਹੁੰਦਾ ਹੈ ਅਤੇ ਜਿਗਿਆਸੂਆਂ ਦੀ ਬਿਰਤੀ ਵਖੇਪ ਹੁੰਦੀ ਹੈ। ਕਦੇ ਚਿੱਤ ਵਿੱਚ ਪ੍ਰਕਾਸ਼ ਹੋ ਜਾਂਦਾ, ਕਦੇ ਕਾਲੀ ਬੋਲੀ ਰਾਤ ਵਾਲੀ ਹਾਲਤ ਹੋ ਜਾਂਦੀ, ਕਦੇ ਸੂਰਜ ਦੇ ਚੜ੍ਹਨ ਵਾਂਗੂ ਰੋਸ਼ਨੀ ਭਾਸਣ ਲੱਗ ਜਾਂਦੀ, ਕਦੇ ਉੱਕਾ ਹੀ ਮਨ ਨਹੀਂ ਟਿਕਦਾ। ਜਿਹੋ ਵਖੇਪ ਬਿਰਤੀ ਹੁੰਦੀ ਹੈ, ਜੋਗੀਆਂ ਦੀ ਅਨੁਰੁੱਧ ਬਿਰਤੀ ਹੁੰਦੀ ਹੈ। ਨਿਰੰਤਰ ਨਾਲ ਇੱਕ ਦਸਮ ਦਵਾਰ ਵਿੱਚ ਸਵਾਸ ਰੁੱਧ ਰੋਕ ਲੈਣੀ, ਇਹ ਅਨੁਰੁੱਧ ਬਿਰਤੀ ਹੁੰਦੀ ਹੈ। ਅਤੇ ਬ੍ਰਹਮ ਗਿਆਨੀ ਦੀ ਇਕਾਗਰ ਬਿਰਤੀ ਹੁੰਦੀ, ਇੱਕ ਅਦਵੈਤ ਬ੍ਰਹਮ ਦੇ ਨਾਲ ਬਿਰਤੀ ਜੁੜੀ ਰਹਿੰਦੀ ਹੈ, ਹੋਰ ਕਿਸੇ ਪਾਸੇ ਫੁਰਨਾ ਨਾ ਫੁਰਨਾ। ਉਹ ਸਾਵਧਾਨ ਪੁਰਖ ਹੁੰਦੇ ਹਨ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਸੁੱਖਾਂ ਦੀ ਮਣੀ ਜਿਹੜੀ ਗੋ ਪ੍ਰਿਥਵੀ ਦੇ ਬਿੰਦ ਜਾਣਨੇ ਯੋਗ ਵਾਹਿਗੁਰੂ ਦੀ ਬਾਣੀ ਹੈ, ਇਸ ਵਿੱਚ ਸੁਤੇ ਸਿੱਧ ਪਰਮੇਸ਼ਰ ਦੇ ਗੁਣ ਤੇ ਨਾਮ ਦਾ ਕਥਨ ਹੈ। ਸੁਖਮਨੀ ਸਾਹਿਬ ਦੀ ਬਾਣੀ ਵਿੱਚ 3 ਚੀਜ਼ਾਂ ਹਨ: ਗੋਬਿੰਦ ਪਰਮੇਸ਼ਰ ਦੇ ਗੁਣ, ਵਾਹਿਗੁਰੂ ਦਾ ਨਾਮ ਅਤੇ ਹਰੀ ਵਾਹਿਗੁਰੂ ਦਾ ਸਹਿਜ ਗਿਆਨ। ਜਿਸ ਦੇ ਮਨ ਹਿਰਦੇ ਵਿੱਚ ਇਹ ਸੁਖਮਨੀ ਸਾਹਿਬ ਦੀ ਬਾਣੀ ਵਸ ਜਾਵੇਗੀ, ਉਸ ਨੂੰ 9 ਨਿਧੀਆਂ ਦਾ ਨਿਧਾਨ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਨਵ ਦਾ ਭਗਤੀ ਰੂਪ 9 ਨਿਧੀਆਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਸਰਬ ਇੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਾਰੀ ਇੱਛਾ ਚਾਹਨਾ ਉਸ ਦੀ ਪੂਰੀ ਹੋ ਜਾਂਦੀ ਹੈ। ਉਹ ਪੁਰਖ ਸਾਰੀ ਲੋਏ ਦੁਨੀਆ ਵਿੱਚ ਪ੍ਰਗਟ ਤੇ ਪ੍ਰਧਾਨ ਮੁਖੀ ਹੋ ਜਾਂਦਾ। ਮਹਾਤਮਾ ਜਨ ਪੰਜਾਂ ਨੂੰ ਜਿੱਤ ਕੇ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਕੇ ਸਾਰਿਆਂ ਦੇ ਪ੍ਰਧਾਨ ਮੁਖੀ ਪੁਰਖ ਹੁੰਦੇ ਆ। ਉਹ ਪੁਰਖ ਪ੍ਰਧਾਨ ਮੁਖੀ ਹੋ ਕੇ ਸਾਰੀ ਲੋਏ ਕਈਏ ਲੋਕਾਈ ਵਿੱਚ ਪ੍ਰਤੱਖ ਹੋ ਜਾਂਦੇ ਹਨ। ਸਭ ਤੇ ਊਚ ਪਾਏ ਅਸਥਾਨ, ਬਹੁਰ ਨ ਹੋਵੈ ਆਵਨ ਜਾਨ। ਸਾਰਿਆਂ ਤੋਂ ਊਚ ਸ੍ਰੇਸ਼ਟ ਤੁਰਿਆ ਪਦ ਰੂਪੀ ਅਸਥਾਨ ਨੂੰ ਉਹ ਪ੍ਰਾਪਤ ਕਰ ਲੈਂਦਾ ਹੈ, ਜਿਸ ਅਸਥਾਨ ਤੋਂ ਬਹੁਰ ਦੁਬਾਰਾ ਜਨਮ ਧਾਰ ਕੇ ਸੰਸਾਰ ਵਿੱਚ ਆਵਨ ਆਉਣਾ ਤੇ ਮਰ ਕੇ ਮੌਤ ਦੇ ਮੂੰਹ ਵਿੱਚ ਜਾਣਾ ਨਹੀਂ ਹੁੰਦਾ। ਹਰ ਧਨ ਖਾਟ ਚੱਲੈ ਜਨ ਸੋਏ, ਨਾਨਕ ਜਿਸ ਹੈ ਪ੍ਰਾਪਤ ਹੋਏ। ਉਹ ਜਨ ਪੁਰਖ ਹਰੀ ਵਾਹਿਗੁਰੂ ਦੇ ਨਾਮ ਰੂਪ ਧਨ ਨੂੰ ਖੱਟ ਕੇ ਪਰਲੋਕ ਨੂੰ ਚੱਲਦਾ ਹੈ। ਉਹ ਦੁਨੀਆ ਵਿੱਚ ਪਰਮਾਰਥ ਦੇ ਆਨੰਦ ਦਾ ਲਾਭ ਕੱਢ ਕੇ ਚੱਲਣਾ ਕਰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਦਾਤ ਪ੍ਰਾਪਤ ਹੁੰਦੀ ਹੈ, ਉਸ ਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਪ੍ਰਸ਼ਨ ਕਰਦੇ ਜਗਿਆਸੂ ਜਨ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਇੱਕ ਚਿੱਤ ਹੋ ਕੇ ਕਰਨ ਵਾਲਿਆਂ ਨੂੰ ਕੀ ਫਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਫਰਮਾਉਂਦੇ, ਭਾਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲੇ ਨੂੰ ਹੇਠ ਜੋ ਬਾਣੀ ਹੈ ਲਿਖੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ। ਆਪ ਜੀ ਬਾਣੀ ਨੂੰ ਪੜ੍ਹ ਰਹੇ ਹੋ ਅਤੇ ਸੁਣ ਰਹੇ ਹੋ। ਖੇਮ ਸਾਂਤ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤਹਿ ਸਿੱਧ। ਉਸ ਦੀ ਲੋਕ ਪਰਲੋਕ ਵਿੱਚ ਰੱਖਿਆ ਹੋਵੇਗੀ। ਸ਼ਾਂਤ ਮਨ ਦੀ ਸ਼ਾਂਤੀ, ਰਿੱਧ ਅੰਨ ਦੀ ਅਤੋਟਤਾ ਵਾਲੀ ਰਿਧੀ ਤੇ ਨਵ ਨਿੱਧ 9 ਨਿਧੀਆਂ ਪ੍ਰਾਪਤ ਹੋਣਗੀਆਂ। ਉੱਥੇ ਬੁੱਧ ਮਤ ਗਿਆਨ ਵਾਲੀ ਹੋਵੇਗੀ। ਗਿਆਨ ਸਰੂਪ ਦਾ ਬੋਧ ਅਤੇ ਸਰਬ ਸਾਰੀਆਂ ਸਿੱਧ ਸਿੱਧੀਆਂ ਦੀ ਪ੍ਰਾਪਤੀ ਹੋਵੇਗੀ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਊਤਮ ਇਸਨਾਨ।
ਸਾਰੀਆਂ ਵਿਦਿਆ, ਯੋਗ ਵਿਦਿਆ, ਤੰਤਰ ਵਿਦਿਆ, ਸ਼ਾਸਤਰ ਵਿਦਿਆ ਇਤਿਆਦਿਕ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਰਾਜਸੀ, ਤਾਮਸੀ, ਸਾਤਕੀ ਸਾਰੇ ਤਪ ਪ੍ਰਾਪਤ ਹੋ ਜਾਂਦੇ ਹਨ। ਯੋਗ, ਹਠ ਯੋਗ, ਰਾਜ ਯੋਗ ਆਦਿ ਸਾਰੇ ਯੋਗ ਪ੍ਰਾਪਤ ਹੋ ਜਾਂਦੇ ਹਨ ਅਤੇ ਪ੍ਰਭ ਅਕਾਲ ਪੁਰਖ ਨਾਲ ਧਿਆਨ ਜੁੜ ਜਾਂਦਾ ਹੈ। ਸਾਰਿਆਂ ਤੋਂ ਸ੍ਰੇਸ਼ਟ ਉੱਚਾ ਪਰੋਖ ਗਿਆਨ ਪ੍ਰਾਪਤ ਹੋਵੇਗਾ ਅਤੇ ਉੱਤਮ ਸ੍ਰੇਸ਼ਟ 68 ਤੀਰਥਾਂ ਦੇ ਇਸ਼ਨਾਨ ਦਾ ਫਲ ਘਰ ਬੈਠਿਆਂ ਹੀ ਪ੍ਰਾਪਤ ਹੋਵੇਗਾ। ਜਿਵੇਂ ਪੂਰਵ ਰਾਜੇ ਦੀ ਸਾਖੀ ਆਉਂਦੀ ਨਾ, ਇੱਕ ਵਾਰੀ ਇੱਕ ਰਾਜਾ ਜਿਸ ਦਾ ਗ੍ਰੰਥਾਂ ਵਿੱਚ ਪੂਰਵ ਨਾਮ ਆਇਆ ਹੈ, ਹਰ ਵੇਲੇ ਨਾਮ ਜਪਦਾ ਤੇ ਸੁਣਦਾ ਰਹਿੰਦਾ ਸੀ। ਇੱਕ ਦਿਨ ਤੀਰਥਾਂ 'ਤੇ ਵਿਸ਼ਵਾਸ ਕਰਨ ਵਾਲੇ ਕਿਸੇ ਪੁਰਸ਼ ਨੇ ਤੀਰਥਾਂ 'ਤੇ ਇਸ਼ਨਾਨ ਕਰਨ ਦੀ ਵੱਖਰੀ ਵੱਖਰੀ ਮਹਿਮਾ ਸੁਣਾ ਕੇ ਰਾਜੇ ਦੇ ਮਨ ਵਿੱਚ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ ਦਾ ਸੰਕਲਪ ਪੈਦਾ ਕਰ ਦਿੱਤਾ। ਅਜਿਹੇ ਸੰਕਲਪ ਪੈਦਾ ਹੀ ਸੀ ਹੋਇਆ ਕਿ ਤੀਰਥ ਯਾਤਰਾ ਕੀਤੀ ਜਾਵੇ। ਨਾਮ ਸਰਵਣ ਦੀ ਮਹਿਮਾ ਦੱਸਣ ਲਈ ਕਿ ਤੀਰਥਾਂ ਨਾਲੋਂ ਨਾਮ ਦੀ ਮਹਿਮਾ ਅਧਿਕ ਹੈ। ਪਰਮੇਸ਼ਰ ਵੱਲੋਂ ਆਕਾਸ਼ਬਾਣੀ ਹੋਈ ਕਿ ਹੇ ਰਾਜਨ, ਨਾਮ ਸਰਵਣ ਤੇ ਸਿਮਰਨ ਦੇ ਬਰਾਬਰ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਮਹਾਤਮ ਨਹੀਂ ਹੋ ਸਕਦਾ। ਨਾਮ ਸਭ ਤੋਂ ਵੱਡਾ ਹੈ। ਜੇਕਰ ਤੂੰ 68 ਤੀਰਥਾਂ ਦੀ ਯਾਤਰਾ ਕਰਨ ਦਾ ਸੰਕਲਪ ਕਰ ਹੀ ਲਿਆ ਹੈ ਤਾਂ ਤੇਰਾ ਇਹ ਸੰਕਲਪ ਮੈਂ ਇੱਥੇ ਬੈਠੇ ਦਾ ਹੀ ਪੂਰਾ ਕਰ ਦਿਆਂਗਾ। ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਕਿਉਂਕਿ ਤੂੰ ਮੇਰਾ ਨਾਮ ਸਰਵਣ ਕਰਨ ਵਾਲਾ ਸੱਚਾ ਭਗਤ ਹੈ। ਜਿਸ ਜਗ੍ਹਾ ਬੈਠ ਕੇ ਰਾਜਾ ਅੰਮ੍ਰਿਤ ਵੇਲੇ ਭਗਤੀ ਕਰਦਾ ਹੁੰਦਾ ਸੀ ਨਾ, ਉਸ ਜਗ੍ਹਾ 'ਤੇ ਉਸ ਕੋਲ ਸਾਰੇ 68 ਤੀਰਥ ਆਪੋ ਆਪਣਾ ਰੂਪ ਧਾਰਨ ਕਰਕੇ ਆ ਗਏ। ਆਵਾਜ਼ ਆਈ ਕਿ ਹੇ ਰਾਜਨ, ਅਸੀਂ 68 ਤੀਰਥ ਹਾਂ, ਤੁਸੀਂ ਇਸ਼ਨਾਨ ਕਰਕੇ ਆਪਣਾ ਸੰਕਲਪ ਪੂਰਾ ਕਰ ਲਵੋ। ਉਹਨਾਂ ਤੀਰਥਾਂ ਨੇ ਇਸ ਰਾਜੇ ਦਾ ਘਰ ਬੈਠਿਆਂ ਹੀ ਇਸ਼ਨਾਨ ਕਰਵਾ ਦਿੱਤਾ। ਰਾਜੇ ਨੇ ਅੱਗੇ ਵਾਸਤੇ ਤੀਰਥ ਯਾਤਰਾ ਦਾ ਸੰਕਲਪ ਮਿਟਾ ਦਿੱਤਾ ਅਤੇ ਨਾਮ ਸਰਵਣ ਕਰਨ ਅਤੇ ਸਿਮਰਨ ਕਰਨ ਵਿੱਚ ਜੁਟ ਗਿਆ। ਇਸ ਪ੍ਰਕਾਰ ਨਾਮ ਸਰਵਣ ਕਰਨ ਵਾਲੇ ਨੂੰ 68 ਤੀਰਥਾਂ ਦਾ ਇਸ਼ਨਾਨ ਵੀ ਹੋ ਜਾਂਦਾ ਹੈ। ਚਾਰ ਪਦਾਰਥ ਕਮਲ ਪਰਗਾਸ, ਸਭ ਕੈ ਮਦ ਸਗਲ ਤੇ ਉਦਾਸ। ਚਾਰ ਧਰਮ, ਅਰਥ, ਕਾਮ, ਮੋਖ ਰੂਪ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ ਅਤੇ ਹਿਰਦਾ ਕਮਲ ਅੰਦਰੋਂ ਖਿੜ ਆਵੇਗਾ। ਜਿਵੇਂ ਸੂਰਜ ਚੜ੍ਹੇ ਤੋਂ ਕਮਲ ਖਿੜ ਜਾਂਦਾ, ਇਉਂ ਬ੍ਰਹਮ ਰੂਪੀ ਸੂਰਜ ਦੀਆਂ ਕਿਰਨਾਂ ਪੈਣ ਕਰਕੇ ਹਿਰਦਾ ਖਿੜ ਆਉਂਦਾ ਹੈ। ਸਾਰੇ ਪਰਿਵਾਰ ਦੇ ਮੱਧ ਵਿੱਚ ਰਹਿਣੇ ਕਰਕੇ ਵੀ ਸਾਰਿਆਂ ਤੋਂ ਉਦਾਸ ਉਪਰਾਮ ਹੋਵੇਗਾ, ਅਸੰਗ ਰਹਿਣ ਵਾਲਾ ਹੋਵੇਗਾ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਉਸ ਦਾ ਸੱਚ ਆਨੰਦ ਸਰੂਪ ਦੀ ਪ੍ਰਾਪਤੀ ਵਾਲਾ ਸੋਹਣਾ ਜੀਵਨ ਵਾਕਾਂ ਕਰਕੇ ਸਿਆਣਾ ਅਤੇ ਤਤ ਸਿਧਾਂਤ ਸਰੂਪ ਦਾ ਬੇਤਾ ਜਾਣੂ ਹੋਵੇਗਾ। ਸਾਰਿਆਂ ਵਿੱਚ ਇੱਕ ਵਾਹਿਗੁਰੂ ਦਾ ਦ੍ਰਿਸ਼ਟੇਤਾ ਦਰਸ਼ਨ ਕਰਨ ਵਾਲਾ ਸਮਕਦਰਸੀ ਹੋਵੇਗਾ। ਸਾਰਿਆਂ ਵਿੱਚ ਰਾਗ ਦਵੈਸ਼ ਤੋਂ ਰਹਿਤ ਉਸ ਇੱਕ ਵਾਹਿਗੁਰੂ ਨੂੰ ਦੇਖਣ ਵਾਲਾ ਹੋਵੇਗਾ। ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ। ਇਹ ਫਲ ਉਸ ਜਨ ਪੁਰਖ ਦੇ ਤਾਈਂ ਪ੍ਰਾਪਤ ਹੋਣੇ ਅਸੀਂ ਆਪਣੇ ਮੁਖੋਂ ਭਨੇ ਉਚਾਰੇ ਹਨ, ਜੋ ਉਪਰੋਕਤ ਕਥਨ ਕੀਤੇ ਹਨ। ਇਹ ਜੋ ਸੁਖਮਨੀ ਸਾਹਿਬ ਬਾਣੀ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਰੂਪੀ ਬਚਨ ਕਥਨ ਕੀਤੇ ਹਨ, ਇਹਨਾਂ ਬਚਨਾਂ ਨੂੰ ਜੋ ਮਨ ਲਾ ਕੇ ਸੁਣੇਗਾ ਉਸ ਨੂੰ ਇਹ ਫਲ ਪ੍ਰਾਪਤ ਹੋਣਗੇ। ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਉਹਨਾਂ ਨੂੰ ਹੀ ਇਹ ਬਚਨਾਂ ਰੂਪੀ ਫਲ ਪ੍ਰਾਪਤ ਹੋਣਗੇ। ਇਹੋ ਨਿਧਾਨ ਜਪੈ ਮਨ ਕੋਇ, ਸਭ ਜੁਗ ਮਹਿ ਤਾਕੀ ਗਤ ਹੋਏ। ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨਾਮ ਦਾ ਨਿਧਾਨ ਖਜ਼ਾਨਾ ਹੈ। ਜਿਹੜਾ ਕੋਈ ਵੀ ਚਿੱਤ ਲਾ ਕੇ ਜਪੇਗਾ, ਭਾਵ ਪੜ੍ਹੇਗਾ, ਉਸ ਦੀ ਸਾਰਿਆਂ ਯੁੱਗਾਂ ਵਿੱਚ ਗਤ ਕਲਿਆਣ ਹੋਵੇਗੀ। ਸਾਰਿਆਂ ਦੇ ਜਿੰਨੇ ਜੀ ਜੰਤ ਸਤਯੁਗ ਤ੍ਰੇਤੇ ਦੁਆਪਰ ਦੇ ਵਿਛੜੇ ਹੋਏ ਹਨ, ਉਹਨਾਂ ਸਭ ਦੀ ਇਸ ਬਾਣੀ ਨੂੰ ਪੜ੍ਹ ਕੇ ਜਪ ਕੇ ਕਲਿਆਣ ਹੋ ਜਾਵੇਗੀ। ਗੁਣ ਗੋਬਿੰਦ ਨਾਮ ਧੁਨ ਬਾਣੀ,
ਸਿਮਰਤ ਸਾਸਤਰ ਵੇਦ ਬਖਾਣੀ। ਸੁਖਮਨੀ ਸਾਹਿਬ ਰੂਪ ਬਾਣੀ ਵਿੱਚ ਗੋ ਵੇਦਾਂ ਕਰਕੇ ਬਿੰਦ ਜਾਣਨੇ ਯੋਗ ਵਾਹਿਗੁਰੂ ਦੇ ਗੁਣ ਤੇ ਨਾਮ ਦੀ ਧੁਨੀ, ਨਾਮ ਦਾ ਧੁਨ ਉਚਾਰਨ ਕੀਤਾ ਹੈ। 27 ਸਿਮਰਤੀਆਂ, 6 ਸ਼ਾਸਤਰਾਂ ਅਤੇ 4 ਵੇਦਾਂ ਨੇ ਉਸ ਹਰੀ ਵਾਹਿਗੁਰੂ ਦੇ ਨਾਮ ਦੇ ਗੁਣ ਉਚਾਰਨ ਭਾਵ ਕਥਨ ਕੀਤੇ ਹਨ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ। ਸਾਰਿਆਂ ਮਤਾਂਤ ਮਤਾਂ ਦਾ ਅੰਤ ਭਾਵ ਸਿਧਾਂਤ ਇਹੋ ਹੀ ਹੈ। ਕੇਵਲ ਨਿਰੋਲ ਇੱਕ ਹਰੀ ਵਾਹਿਗੁਰੂ ਦਾ ਨਾਮ ਜਪ ਕੇ ਮੁਕਤ ਹੋਈਦਾ। ਮਤਾਂਤ ਸੰਸਕ੍ਰਿਤ ਦਾ ਪਦ ਹੈ। ਮਤਾਂਤ ਮਤਾਂ ਦਾ ਅੰਤ, ਸਲਾਹਾਂ ਦਾ ਅੰਤ। ਸਿਧਾਂਤ ਜੋ ਗੋਬਿੰਦ ਹਰੀ ਵਾਹਿਗੁਰੂ ਦੇ ਭਗਤ ਹਨ, ਉਹਨਾਂ ਦੇ ਮਨ ਹਿਰਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਭਾਵ ਨਾਮ ਦਾ ਵਿਸਰਾਮ ਨਿਵਾਸ ਹੈ। ਜੈਸਾ ਕਿ ਅਸੀਂ ਪੜ੍ਹ ਆਏ ਹਾਂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਦੇ ਜਮ ਤੇ ਛੁਟੈ। ਉਹਨਾਂ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਕਰੋੜਾਂ ਅਪਰਾਧ ਪਾਪ ਮਿਟ ਜਾਂਦੇ, ਨਾਸ ਹੋ ਜਾਂਦੇ। ਸੰਤ ਸ਼ਾਂਤ ਆਤਮਾ ਵਾਲੇ ਮਹਾਤਮਾ ਜਨਾਂ ਗੁਰਾਂ ਦੀ ਮਿਹਰ ਤੋਂ ਹੀ ਜਮਾਂ ਤੋਂ ਮੁਕਤ ਹੋਈਦਾ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਜਿਨ੍ਹਾਂ ਦੇ ਮੱਥੇ ਤੇ ਪੂਰਬਲੇ ਕਰਮਾਂ ਦੇ ਪ੍ਰੇਰੇ ਹੋਏ ਹਰੀ ਵਾਹਿਗੁਰੂ ਨੇ ਨਿਸ਼ਕਾਮਤਾ ਰੂਪੀ ਲੇਖ ਪਾ ਦਿੱਤੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸਾਰੀਆਂ ਕਾਮਨਾਵਾਂ ਨੂੰ ਛੱਡ ਕੇ ਸ੍ਰੇਸ਼ਟ ਜਨਾਂ ਦੀ ਸ਼ਰਨ ਓਟ ਵਿੱਚ ਆਏ ਹਨ। ਜਿਸ ਮਨ ਬਸੈ ਸੁਨੈ ਲਾਇ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਸ ਪੁਰਖ ਦੇ ਹਿਰਦੇ ਵਿੱਚ ਇਹ ਅੰਮ੍ਰਿਤ ਰੂਪ ਸੁਖਮਨੀ ਸਾਹਿਬ ਜੀ ਦੀ ਬਾਣੀ ਵਸ ਜਾਵੇਗੀ, ਜੋ ਪ੍ਰੀਤੀ ਲਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਦਾ ਹੈ, ਉਸ ਜਨ ਪੁਰਖ ਨੂੰ ਹਰੇ ਭਰੇ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਚੇਤੇ ਆਉਂਦਾ ਹੈ। ਸੰਤ ਮੱਘਰ ਸਿੰਘ ਜੀ ਫੌਜ ਦੀ ਨੌਕਰੀ ਦੌਰਾਨ 17 ਪਾਠ ਸੁਖਮਨੀ ਸਾਹਿਬ ਦੇ ਹਰ ਰੋਜ਼ ਕਰਿਆ ਕਰਦੇ ਸਨ। ਇਸੇ ਪ੍ਰਕਾਰ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ ਸਾਹਿਬ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਰਹਿੰਦੇ। ਜਦੋਂ ਥੱਕ ਜਾਂਦੇ ਉਸ ਵੇਲੇ ਰੁਮਾਲਾ ਪਾ ਕੇ ਆਰਾਮ ਕਰਦੇ ਤੇ ਫਿਰ ਦੁਬਾਰਾ ਪਾਠ ਕਰਨ ਲੱਗ ਜਾਂਦੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਐਸੀ ਕਿਰਪਾ ਹੋਈ, ਵਾਹਿਗੁਰੂ ਗੁਰਮੰਤਰ ਸੰਪੂਰਨ ਹੋਇਆ ਜੋ ਕਦੇ ਨਾ ਭੁੱਲਿਆ। ਅਤੇ ਹੋਰ ਵੀ ਅਨੇਕਾਂ ਹੀ ਗੁਰਸਿੱਖਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਜੀਵਨ ਮੁਕਤੀ ਨੂੰ ਪਾਇਆ ਹੈ। ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲੱਭ ਦੇਹ ਤਤਕਾਲ ਉਧਾਰੈ। ਉਸ ਦਾ ਜੰਮਣ ਮਰਨ ਦਾ ਦੁੱਖ ਪੂਰੇ ਸਤਿਗੁਰੂ ਜੀ ਨਿਵਰਤ ਕਰ ਦਿੰਦੇ ਹਨ। ਮਨੁੱਖਾ ਸਰੀਰ ਜੋ ਦੁਲੱਭ ਕਠਿਨਤਾਈ ਨਾਲ ਲੱਭਣ ਵਾਲਾ, ਪ੍ਰਾਪਤ ਹੋਣ ਵਾਲਾ, ਇਸ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਤਤਕਾਲ ਸ਼ੀਘਰ ਜਲਦੀ ਹੀ ਤਾਰ ਕੇ ਸੱਚਖੰਡ ਪਹੁੰਚਾ ਦਿੰਦਾ ਹੈ। ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਉਸ ਦੀ ਸੰਸਾਰ ਵਿੱਚ ਨਿਰਮਲ ਉਜਲ ਸੋਭਾ ਵਡਿਆਈ ਹੋਵੇਗੀ ਅਤੇ ਬਾਣੀ ਵਿੱਚੋਂ ਅੰਮ੍ਰਿਤ ਦੀ ਨਿਆਈ ਫੁੱਲ ਕਿਰਨਗੇ। ਜੋ ਸੁਖਮਨੀ ਸਾਹਿਬ ਜੀ ਦਾ ਪਾਠ ਕਰੇਗਾ, ਉਸ ਦੀ ਬਾਣੀ ਵੀ ਅੰਮ੍ਰਿਤ ਵਾਂਗੂ ਮਿੱਠੀ ਹੋ ਜਾਵੇਗੀ। ਉਸ ਦੇ ਅੰਦਰ ਇੱਕ ਪਰਮੇਸ਼ਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਨਾਮ ਰੂਪੀ ਬਾਣੀ ਮਨ ਬਾਣੀ ਹਿਰਦੇ ਵਿੱਚ ਸਮਾ ਜਾਵੇਗੀ। ਐਸਾ ਨਾਮ ਦਾ ਰਸ ਪ੍ਰਾਪਤ ਹੋਵੇਗਾ। ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਕੇ ਕਰਮ। ਉਸ ਦੇ ਜੰਮਣ ਮਰਨ ਦੇ ਦੁੱਖ, ਹਉਮੈ ਦੇ ਰੋਗ, 7 ਪ੍ਰਕਾਰ ਦਾ ਡਰ ਅਤੇ 5 ਪ੍ਰਕਾਰ ਦਾ ਭਰਮ ਆਦਿ ਸਾਰਾ ਕੁਝ ਹੀ ਬਿਨਸੇ ਵਿਸ਼ੇਸ਼ ਕਰਕੇ ਨਾਸ ਹੋ ਜਾਂਦਾ ਹੈ। ਉਸ ਦਾ ਨਾਮ ਸਾਧ ਸ੍ਰੇਸ਼ਟ ਪੁਰਖ ਪੈ ਜਾਂਦਾ ਹੈ, ਤਾਂ ਕਿ ਉਸ ਦੇ ਕਰਮ ਵੀ ਉਜਲ ਹੋ ਜਾਂਦੇ ਹਨ। ਜੋ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਅਤੇ ਸੁਣਦਾ ਹੈ, ਸਭ ਤੇ ਊਚ ਤਾਕੀ ਸੋਭਾ ਬਣੀ,
ਨਾਨਕ ਇਹ ਗੁਣ ਨਾਮ ਸੁਖਮਨੀ। ਸਾਰਿਆਂ ਤੋਂ ਉੱਚੀ ਸ੍ਰੇਸ਼ਟ ਉਸ ਦੀ ਸੋਭਾ ਵਡਿਆਈ ਬਣੀ ਹੈ, ਜਿਸ ਦੇ ਮਨ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਵਸੀ ਹੋਈ ਹੈ ਤੇ ਜਿਸ ਨੇ ਕੰਨ ਲਾ ਕੇ ਸੁਣਿਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਗੁਣ ਇਸ ਬਾਣੀ ਵਿੱਚ ਹੋਣ ਕਰਕੇ ਇਸ ਦਾ ਨਾਮ ਸੁਖਮਨੀ ਰੱਖਿਆ ਹੈ। ਸੁਖਮਨੀ ਸੁੱਖਾਂ ਦੀ ਮਣੀ, ਮਨ ਨੂੰ ਸੁੱਖ ਦੇਣ ਵਾਲੀ, ਸ਼੍ਰੋਮਣੀ ਸੁੱਖ ਦੇ ਦੇਣ ਵਾਲੀ ਰੱਖਿਆ ਹੈ। ਇਸ ਕਰਕੇ ਇਸ ਬਾਣੀ ਵਿੱਚ ਚਿੱਤ ਜੋੜ ਕੇ ਹਰ ਵਕਤ ਇਸ ਬਾਣੀ ਨਾਲ ਜੁੜਨਾ ਚਾਹੀਦਾ ਹੈ। ਸੋ ਇੱਥੋਂ ਤੱਕ ਅੱਜ ਵਾਲੀ ਵਿਚਾਰ ਦੇ ਵਿੱਚ 24ਵੀਂ ਅਸ਼ਟਪਦੀ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ। 24ਵੀਂ ਅਸ਼ਟਪਦੀ ਦੇ ਜੋ ਪੂਰੇ ਅੱਖਰ ਹਨ ਉਹ 977 ਆਏ ਹਨ। ਪੈਰਾਂ ਵਾਲੇ ਰਾਰੇ ਜੋ 26 ਆਏ ਹਨ। ਕੁੱਲ ਅੱਖਰ ਇਸ 24ਵੀਂ ਅਸ਼ਟਪਦੀ ਵਿੱਚ 1003 ਆਏ ਹਨ। ਸੋ ਸੁਖਮਨੀ ਸਾਹਿਬ ਦੇ ਅੱਖਰਾਂ ਦੀ ਗਿਣਤੀ ਗੌੜੀ ਸੁਖਮਨੀ ਮਹੱਲਾ ਪੰਜਵਾ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਵਿੱਚ ਜੋ ਮੰਮਾ ਮਹੱਲਾ ਵਾਚਕ ਮੰਮਾ ਤੇ 5 ਅੰਕ ਹੈ। ਇੱਕ ਓੰਕਾਰ ਦੀ ਇੱਕ ਇੱਕ ਅੱਖਰ ਵਿੱਚ ਗਿਣਤੀ ਲੈ ਕੇ ਰਲਾਈਏ ਤਾਂ 17 ਅੱਖਰ ਅਤੇ ਪ੍ਰਸਾਦ ਵਾਲਾ ਰਾਰਾ ਲੈ ਕੇ ਸੁਖਮਨੀ ਸਾਹਿਬ ਦੇ ਸਰਲੇਖ ਵਿੱਚ 18 ਅੱਖਰ ਆਏ ਹਨ। ਸੋ ਸਰਲੇਖ ਵਿੱਚ 18 ਅੱਖਰ ਆਏ ਹਨ। ਪਹਿਲੀ ਅਸ਼ਟਪਦੀ ਤੋਂ ਲੈ ਕੇ 24ਵੀਂ ਅਸ਼ਟਪਦੀ ਤੱਕ ਜਿਹੜੇ ਪੂਰੇ ਅੱਖਰ ਹਨ ਉਹ 24,410 ਆਏ ਹਨ। ਉਹ ਪੈਰਾਂ ਵਾਲੇ ਰਾਰੇ ਪ੍ਰਸਾਦ ਵਾਲੇ ਰਾਰੇ ਤੋਂ ਬਿਨਾਂ 606 ਆਏ ਹਨ। ਪੈਰ ਦੇ ਵਾਵੇ 10 ਆਏ ਹਨ। ਪੈਰ ਦੇ ਅੱਧੇ ਅੱਖਰ 11 ਆਏ ਹਨ। ਸੋ ਕੁੱਲ ਸੁਖਮਨੀ ਸਾਹਿਬ ਜੀ ਦੇ ਜੋ ਅੱਖਰ ਹਨ ਉਹ 25,055 ਆਏ ਹਨ। ਸੋ ਇਸ ਬਾਣੀ ਦਾ ਮਹਾਤਮ ਵੀ ਆਪ ਜੀ ਨਾਲ ਸਾਖੀ ਬਾਈ ਸਾਖੀ ਨਾਲ ਸਾਂਝੇ ਕਰਦੇ ਰਵਾਂਗੇ। ਸੋ ਅੱਜ ਇਸ ਬਾਣੀ ਦੀ ਸੰਪੂਰਨਤਾ ਹੋਈ ਹੈ। ਇਸ ਬਾਣੀ ਦਾ ਮਹਾਤਮ ਸਤਿਗੁਰੂ ਜੀ ਨੇ ਆਪ 24ਵੀਂ ਅਸ਼ਟਪਦੀ ਵਿੱਚ ਵਿਸਤਾਰ ਨਾਲ ਲਿਖਿਆ ਹੈ। ਵਿਸ਼ੇਸ਼ ਕਰਕੇ 24ਵੀਂ ਅਸ਼ਟਪਦੀ ਦੀ 6ਵੀਂ ਪੌੜੀ ਵਿੱਚ ਵੱਖਰੇ ਵੱਖਰੇ 21 ਫਲ ਲਿਖੇ ਹਨ, ਜੋ ਕਿ ਆਪ ਜੀ ਪੜ੍ਹ ਕੇ ਆਏ ਹੋ, ਸੁਣ ਕੇ ਆਏ ਹੋ। ਪਹਿਲਾ ਫਲ ਹੈ ਖੇਮ ਭਾਵ ਰੱਖਿਆ। ਦੂਜਾ ਹੈ ਸ਼ਾਂਤ ਮਨ ਦੀ ਸ਼ਾਂਤੀ। ਤੀਜਾ ਫਲ ਹੈ ਰਿੱਧ ਰਿੱਧੀਆਂ ਸੇਰ ਭਾਵ ਥੋੜ੍ਹੀ ਜਿੰਨੀ ਚੀਜ਼ ਰਿੰਨ ਕੇ ਹਜ਼ਾਰਾਂ ਨੂੰ ਖਵਾ ਦੇਣੀ, ਇਸ ਦਾ ਨਾਮ ਰਿੱਧ ਹੈ। ਚੌਥਾ ਫਲ ਹੈ ਨਵ ਨਿੱਧ 9 ਨਿਧੀਆਂ। ਸੋ 9 ਨਿਧੀਆਂ ਕਿਹੜੀਆਂ? ਪਹਿਲੀ ਪਦਮ, ਦੂਜੀ ਮਹਾਂ, ਤੀਜੀ ਪਦਮ, ਚੌਥੀ ਕਸ਼ਪ, ਪੰਜਵੀਂ ਮਕਰ, ਛੇਵੀਂ ਮੁਕੰਦ, ਸੱਤਵੀਂ ਨੀਲ, ਅੱਠਵੀਂ ਅਰਬ ਤੇ 9ਵੀਂ ਖਰਬ ਕੰਦ। ਸੋ ਇਹ ਸਨ 9 ਨਿਧੀਆਂ। ਪੰਜਵਾਂ ਫਲ ਹੈ ਬੁੱਧ ਸ੍ਰੇਸ਼ਟ ਬੁੱਧ। ਛੇਵਾਂ ਫਲ ਹੈ ਗਿਆਨ ਸ਼ਾਸਤਰਕ ਗਿਆਨ ਪ੍ਰੋਖ ਗਿਆਨ। ਸੱਤਵਾਂ ਫਲ ਹੈ ਸਰਬ ਤਹਿ ਸਿੱਧ 18 ਸਿੱਧੀਆਂ। ਅੱਠਵਾਂ ਫਲ ਹੈ ਹਰ ਕਿਸਮ ਦੀ ਵਿੱਦਿਆ। ਨੌਵਾਂ ਫਲ ਹੈ ਤਪ। 10ਵਾਂ ਫਲ ਹੈ ਯੋਗ ਜੁੜਨਾ ਸਹਿਜ ਯੋਗ ਭਗਤੀ ਯੋਗ। 11ਵਾਂ ਫਲ ਹੈ ਪ੍ਰਭ ਧਿਆਨ ਪਰਮੇਸ਼ਰ ਵਿੱਚ ਨਿਰਵਿਕਲਪ ਸਮਾਧੀ ਲੱਗ ਜਾਣੀ। 12ਵਾਂ ਫਲ ਹੈ ਗਿਆਨ ਸ੍ਰੇਸ਼ਟ ਅਪਰੋਖ ਗਿਆਨ। 13ਵਾਂ ਫਲ ਹੈ ਊਤਮ ਸ੍ਰੇਸ਼ਟਤਾਈ। 14ਵਾਂ ਫਲ ਹੈ ਇਸ਼ਨਾਨ। ਸਾਰੇ ਤੀਰਥਾਂ ਦੇ ਇਸ਼ਨਾਨਾਂ ਦਾ ਫਲ ਪਾਠ ਕਰਨ ਵਾਲੇ ਨੂੰ ਪ੍ਰਾਪਤ ਹੁੰਦਾ ਹੈ। 15ਵਾਂ ਫਲ 4 ਪਦਾਰਥ ਧਰਮ ਅਰਥ ਕਾਮ ਮੋਖ ਚਾਰੇ ਪਦਾਰਥਾਂ ਦੀ ਪ੍ਰਾਪਤੀ। 16ਵਾਂ ਫਲ ਕਮਲ ਪ੍ਰਗਾਸ ਹਿਰਦੇ ਕਮਲ ਦਾ ਖਿੜਨਾ। 17ਵਾਂ ਫਲ ਹੈ ਸਭ ਕੈ ਮਦ ਸਗਲ ਤੇ ਉਦਾਸ ਸਾਰਿਆਂ ਦੇ ਵਿੱਚ ਰਹਿ ਕੇ ਸਾਰਿਆਂ ਤੋਂ ਉਦਾਸ ਭਾਵ ਅਸੰਗ ਰਹਿਣਾ। 18ਵਾਂ ਫਲ ਹੈ ਸੁੰਦਰ ਸ੍ਰੇਸ਼ਟ ਗੁਣਾਂ ਦਾ ਸੁਹੱਪਣ। 19ਵਾਂ ਫਲ ਹੈ ਚਤਰ ਦਾਨਾ ਹੋਣਾ ਬੁੱਧੀਵਾਨ। 20ਵਾਂ ਫਲ ਹੈ ਤਤ ਕਾ ਬੇਤਾ ਵੇਦਾਂ ਸ਼ਾਸਤਰਾਂ ਦੇ ਤਤ ਸਿਧਾਂਤ ਦੇ ਜਾਣਨ ਵਾਲਾ ਹੋਣਾ। 21ਵਾਂ ਫਲ ਹੈ ਸਮਦਰਸੀ ਏਕ ਦ੍ਰਿਸ਼ਟੇਤਾ ਸਾਰਿਆਂ ਵਿੱਚ ਸਮਦ੍ਰਿਸ਼ਟੀ ਨਾਲ ਦੇਖਣਾ ਸਾਰਿਆਂ ਵਿੱਚ ਇੱਕ ਬ੍ਰਹਮ ਨੂੰ ਵੇਖਣ ਵਾਲਾ ਹੋ ਜਾਣਾ। ਜੈਸਾ ਕਿ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ। ਉਪਰੋਕਤ ਦੱਸੇ ਹੋਏ ਫਲ ਉਸ ਜਨ ਸੇਵਕ ਨੂੰ ਪ੍ਰਾਪਤ ਹੋਣੇ ਕਥਨ ਕੀਤੇ ਹਨ, ਜੋ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਜਿਨ੍ਹਾਂ ਵਿੱਚ ਨਾਮ ਦਾ ਕਥਨ ਹੋਵੇ ਸੁਣਦਾ ਹੈ
ਜਾਂ ਮੁਖ ਭਨੇ ਮੂੰਹ ਨਾਲ ਭਨੇ ਕਥਨ ਕਰਦਾ ਪੜਦਾ ਹੈ। ਇਹ ਉਪਰੋਕਤ 21 ਫਲ ਉਸ ਨੂੰ ਪ੍ਰਾਪਤ ਹੁੰਦੇ ਹਨ। ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਮਹਾਤਮ ਇਉਂ ਕਥਨ ਕੀਤਾ ਹੈ। ਕਰ ਸੁਖਮਨੀ ਅੰਤ ਮਹਿ ਆਪੂ, ਕਹਿਓ ਮਹਾਤਮ ਅਧਿਕ ਪਰਤਾਪੂ। ਪ੍ਰਾਤ ਸਮੇਂ ਇੱਕ ਮਨ ਕਰ ਪਾਠ, ਮਿਟਹਿ ਪਾਪ ਕ੍ਰਿਤ ਜਾਮ ਜੁਆਟ। ਜਨਮ ਮਰਨ ਤਿਨ ਕੋ ਕਟ ਜਾਏ, ਪਠ ਪ੍ਰਭ ਚਰਨਨ ਰਹੇ ਸਮਾਏ। ਜਹਾਂ ਬੈਠ ਸੁਖਮਨੀ ਉਚਾਰੀ, ਤਿਸਕੇ ਦਰਸ਼ਨ ਹੋਏ ਫਲ ਭਾਰੀ। ਸਭ ਲਿਖਵਾਏ ਉਠੇ ਗੁਰ ਪੂਰੇ, ਪਰ ਉਪਕਾਰ ਚਰਿਤ ਜਿਨ ਰੂਰੇ। ਕੁਝ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਮਹਾਤਮ ਵਿੱਚ ਸਾਖੀਆਂ ਆਉਂਦੀਆਂ ਹਨ, ਜੋ ਅਸੀਂ ਆਪ ਜੀ ਨਾਲ ਇੱਕ ਇੱਕ ਸਾਖੀ ਕਰਕੇ ਇੱਕ ਵੀਡੀਓ ਆਡੀਓ ਦੇ ਰਾਹੀਂ ਸਾਂਝ ਪਾਵਾਂਗੇ। ਸੋ ਅੱਜ ਇੱਕ ਸਾਖੀ ਦੀ ਇਸ ਦੇ ਨਾਲ ਸਾਂਝ ਪਾਉਂਦੇ ਹਾਂ। ਇਸ ਸੰਸਾਰ ਦੇ ਵਿੱਚ ਬ੍ਰਹਮ ਬੇਤੇ ਤੋਂ ਬਿਨਾਂ ਕੋਈ ਵੀ ਸੁਖੀ ਨਹੀਂ ਹੈ। ਸੋ ਵਜ਼ੀਰ ਖਾਂ ਦੀ ਸਾਖੀ ਆਉਂਦੀ ਹੈ, ਨਾਨਕ ਦੁਖੀਆ ਸਭ ਸੰਸਾਰ। ਕਿਸੇ ਕਵੀ ਦੇ ਬੋਲ ਹਨ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ। ਥੋੜੇ ਬਹੁਤੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਇਸੇ ਤਰ੍ਹਾਂ ਦੀ ਇੱਕ ਸੁਖਮਨੀ ਸਾਹਿਬ ਜੀ ਦੀ ਮਹੱਤਤਾ ਦੀ ਸਾਖੀ ਇਤਿਹਾਸ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ। ਜਹਾਂਗੀਰ ਬਾਦਸ਼ਾਹ ਦਾ ਅਹਿਲਕਾਰ, ਜਿਸ ਦਾ ਨਾਮ ਵਜ਼ੀਰ ਖਾਂ ਸੀ, ਉਸ ਨੂੰ ਜਲੋਦਰ ਦਾ ਰੋਗ ਹੋ ਗਿਆ। ਜਲ ਉਦਰ, ਪੇਟ ਵਿੱਚ ਪਾਣੀ ਭਰ ਜਾਣਾ, ਇਸ ਨੂੰ ਜਲੋਦਰ ਕਹਿੰਦੇ ਹਨ। ਇਹ ਇੱਕ ਕਿਸਮ ਦਾ ਰੋਗ ਹੈ। ਇਸ ਰੋਗ ਦਾ ਪੀੜਤ ਵਜ਼ੀਰ ਖਾਂ, ਜਿਸ ਨੇ ਚੰਗੇ ਚੰਗੇ ਵੈਦ ਹਕੀਮਾਂ ਤੋਂ ਇਲਾਜ ਕਰਵਾਇਆ, ਪਰ ਕਾਮਯਾਬੀ ਨਹੀਂ ਪ੍ਰਾਪਤ ਹੋਈ। ਜਲੋਦਰ ਦੇ ਰੋਗ ਨਾਲ ਤੜਫਦਾ ਰਹਿੰਦਾ ਸੀ। ਲਾਹੌਰ ਸ਼ਹਿਰ ਵਿੱਚ ਬਹੁਤ ਸਾਰੇ ਗੁਰੂ ਦੇ ਪ੍ਰੇਮੀ ਸਿੱਖ ਰਹਿੰਦੇ ਸਨ। ਜਦੋਂ ਤੋਂ ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਉਚਾਰਨ ਕੀਤੀ ਹੈ, ਬਹੁਤ ਸਾਰੇ ਸਿੱਖਾਂ ਨੇ ਜ਼ੁਬਾਨੀ ਕੰਠ ਕਰ ਲਈ। ਸ਼ੁਰੂ ਵਿੱਚ ਸਿੱਖ ਜਪਜੀ ਤੇ ਸੁਖਮਨੀ ਸਾਹਿਬ ਦਾ ਪਾਠ ਨਿਤਨੇਮ ਅਨੁਸਾਰ ਕਰਿਆ ਕਰਦੇ ਸਨ ਤੇ ਜ਼ੁਬਾਨੀ ਬਾਣੀ ਦੇ ਕੰਠ ਨਿਤਨੇਮ ਅਨੁਸਾਰ ਕਰਿਆ ਕਰਦੇ ਸਨ। ਜ਼ੁਬਾਨੀ ਬਾਣੀ ਕੰਠ ਕਰਨ ਦਾ ਸਿੱਖਾਂ ਵਿੱਚ ਬਹੁਤ ਉਤਸ਼ਾਹ ਸੀ। ਇੱਕ ਗੁਰੂ ਦਾ ਨਿਤਨੇਮੀ ਸਿੱਖ ਵਜ਼ੀਰ ਖਾਂ ਦੀ ਹਵੇਲੀ ਦੇ ਕੋਲ ਦੀ ਪਾਠ ਕਰਦਾ ਲੰਘਿਆ। ਹਰ ਰੋਜ਼ ਹੀ ਸਿੱਖ ਇਸੇ ਰਸਤੇ ਹੀ ਲੰਘਿਆ ਕਰਦੇ ਸਨ, ਪਰ ਅੱਜ ਵਜ਼ੀਰ ਖਾਂ ਉਸੇ ਵੇਲੇ ਜਾਗਦਾ ਸੀ। ਜਿਤਨੀ ਦੇਰ ਤੱਕ ਕੰਨਾਂ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਸੁਣਦੀ ਰਹੀ, ਓਨੀ ਦੇਰ ਤੱਕ ਪੀੜਾ ਤੋਂ ਆਰਾਮ ਰਿਹਾ। ਜਦੋਂ ਇਸ ਨੂੰ 2-3 ਦਿਨ ਐਸਾ ਹੋਣ ਨਾਲ ਭਰੋਸਾ ਬੱਝ ਗਿਆ ਕਿ ਦਰਦ ਨੂੰ ਨਾਸ਼ ਕਰਨ ਵਾਲੀ ਕਰਾਮਾਤ ਇਸ ਕਲਾਮ ਦੀ ਹੈ ਜੋ ਸਿੱਖ ਪੜ੍ਹਦਾ ਹੈ। ਇੱਕ ਦਿਨ ਸਿੱਖ ਨੂੰ ਆਪਣੇ ਕੋਲ ਬੁਲਾਇਆ ਤੇ ਅਰਜ਼ ਕੀਤੀ ਕਿ ਜੋ ਤੂੰ ਕਲਾਮ ਸਵੇਰੇ ਪੜ੍ਹਦਾ ਲੰਘਦਾ ਹੈ, ਉਹ ਮੇਰੇ ਪਾਸ ਬੈਠ ਕੇ ਮੈਨੂੰ ਸੁਣਾਇਆ ਕਰ। ਉਸ ਸਿੱਖ ਨੇ ਪਰਉਪਕਾਰ ਹਿਤ ਪਾਠ ਸੁਣਾਉਣਾ ਆਰੰਭ ਕਰ ਦਿੱਤਾ। ਉਸ ਨੂੰ ਆਰਾਮ ਆਉਣਾ ਸ਼ੁਰੂ ਹੋਇਆ। 4 ਘੜੀਆਂ ਤਾਂ ਪਾਠ ਵੇਲੇ ਆਰਾਮ ਰਹੇ, ਪਰ ਪਿੱਛੋਂ ਫਿਰ ਤਕਲੀਫ ਹੋ ਜਾਇਆ ਕਰੇ। ਫਿਰ ਉਸਨੇ ਕਈ ਸਿੱਖਾਂ ਨੂੰ ਬੇਨਤੀ ਕਰਕੇ ਰਾਤ ਦਿਨ ਪਾਠ ਦੀ ਧੁਨ ਸੁਣਨਾ ਕੀਤੀ, ਜਿਸ 'ਤੇ ਉਸ ਨੂੰ ਕਾਫੀ ਆਰਾਮ ਮਿਲਿਆ। ਫਿਰ ਵਜ਼ੀਰ ਖਾਂ ਨੇ ਇਸ ਬਾਣੀ ਦੇ ਕਰਤਾ ਗੁਰੂ ਬਾਰੇ ਪੁੱਛਿਆ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦਾ ਨਾਮ ਦੱਸਿਆ ਤਾਂ ਵਜ਼ੀਰ ਖਾਂ ਅੰਮ੍ਰਿਤਸਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਭੇਟਾ ਰੱਖ ਨਮਸਕਾਰ ਕੀਤੀ, ਹੱਥ ਜੋੜ ਕੇ ਕਹਿਣ ਲੱਗਾ ਕਿ ਤੁਹਾਡੀ ਇਤਨੀ ਸੁਖਮਨੀ ਦੀ ਬਾਣੀ ਵਿੱਚ ਤਾਕਤ ਹੈ ਜੋ ਮੈਂ ਬਿਆਨ ਨਹੀਂ ਕਰ ਸਕਦਾ। ਜਿਤਨਾ ਚਿਰ ਮੈਂ ਸੁਣਦਾ ਰਹਿੰਦਾ ਹਾਂ, ਉਤਨਾ ਚਿਰ ਆਰਾਮ ਰਹਿੰਦਾ ਹੈ। ਆਪ ਅਜਿਹੀ ਕਿਰਪਾ ਕਰੋ ਕਿ ਆਰਾਮ ਸਦਾ ਲਈ ਪ੍ਰਾਪਤ ਹੋ ਜਾਵੇ। ਤਾਂ ਸਤਿਗੁਰੂ ਜੀ ਨੇ ਆਪਣੇ ਸਿੱਖ ਦਾ ਪ੍ਰਤਾਪ ਵਧਾਉਣ ਵਾਸਤੇ ਬਾਬਾ ਬੁੱਢਾ ਸਾਹਿਬ ਵੱਲ ਵਜ਼ੀਰ ਖਾਂ ਨੂੰ ਭੇਜ ਦਿੱਤਾ ਕਿ ਉਹ ਤੇਰਾ ਰੋਗ ਦੂਰ ਕਰ ਦੇਣਗੇ। ਅੰਮ੍ਰਿਤ ਸਰੋਵਰ ਦੇ ਦੁਆਲੇ 3 ਬੇਰੀਆਂ ਹਨ। ਡਿਉੜੀ ਦੇ ਨੇੜੇ ਬੇਰੀ ਦਾ ਨਾਮ ਇਲਾਚੀ ਬੇਰ ਹੈ। ਇਸ ਦੇ ਇਲਾਚੀਆਂ ਵਰਗੇ ਬੇਰ ਲੱਗਣ ਨਾਲ ਇਸ ਦਾ ਨਾਮ ਇਲਾਚੀ ਬੇਰ ਰੱਖਿਆ। ਇਸ ਦੇ ਹੇਠ ਸਤਿਗੁਰੂ ਜੀ ਆਪ ਬੈਠ ਕੇ ਸੇਵਾ ਕਰਾਇਆ ਕਰਦੇ ਸਨ। ਇਸ ਦੇ ਬਿਲਕੁਲ ਸਾਹਮਣੇ ਪੂਰਬ ਵਾਲੇ ਪਾਸੇ ਦੂਸਰੀ ਬੇਰੀ, ਜਿਸ ਦਾ ਨਾਮ ਦੁੱਖ ਭੰਜਨੀ ਬੇਰੀ ਹੈ, ਜਿਸ ਥਾਂ ਬੀਬੀ ਰਜਨੀ ਦਾ ਕੋਹੜਾ ਪਤੀ ਇਸ਼ਨਾਨ ਕਰਕੇ ਸਵੱਛ ਹੋਇਆ ਸੀ। ਉੱਤਰ ਵਾਲੇ ਪਾਸੇ ਇੱਕ ਬੇਰੀ ਹੈ, ਜਿਸ ਦਾ ਨਾਮ ਬਾਬੇ ਬੁੱਢੇ ਦੀ ਬੇਰੀ ਨਾਲ ਪ੍ਰਸਿੱਧ ਹੈ। ਇਸ ਥਾਂ ਬਾਬਾ ਬੁੱਢਾ ਸਾਹਿਬ ਸੇਵਾ ਕਰਵਾ ਰਹੇ ਸਨ। ਤਾਂ ਵਜ਼ੀਰ ਖਾਂ ਨੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਮੈਂ ਜਲੋਦਰ ਦੇ ਰੋਗ ਕਰਕੇ ਬਹੁਤ ਦੁਖੀ ਹਾਂ। ਆਪ ਕਿਰਪਾ ਕਰੋ
ਬਾਬਾ ਬੁੱਢਾ ਸਾਹਿਬ ਜੀ ਨੇ ਥੋੜ੍ਹੇ ਜਿਹੇ ਸਖਤ ਸ਼ਬਦਾਂ ਵਿੱਚ ਤਾੜਨਾ ਕਰਕੇ ਕਿਹਾ ਕਿ ਭਾਈ ਸੇਵਾ ਵਿੱਚ ਵਿਘਨ ਨਾ ਪਾ। ਬਾਬਾ ਜੀ ਨੇ ਕਿਹਾ ਕਿ ਪਰੇ ਹਟ ਕੇ ਖੜ, ਤੇ ਉਹ ਉੱਥੇ ਹੀ ਹੱਥ ਜੋੜ ਕੇ ਖੜਾ ਰਿਹਾ। ਸੇਵਾ ਕਰਦਿਆਂ ਕਰਦਿਆਂ ਬਾਬਾ ਬੁੱਢਾ ਸਾਹਿਬ ਜੀ ਦੀ ਨਿਗਾਹ ਉਸ 'ਤੇ ਪੈ ਗਈ ਕਿ ਅਧਿਕਾਰੀ ਹੈ, ਬਚਨ ਮੰਨ ਕੇ ਖੜਾ ਹੈ। ਖਾਲੀ ਟੋਕਰੀ ਲੈ ਕੇ ਆ ਰਹੇ ਸਨ ਤੇ ਕੋਲ ਦੀ ਲੰਘਣ ਲੱਗਿਆਂ ਟੋਕਰੀ ਉਸਦੇ ਪੇਟ ਪਰ ਮਾਰੀ, ਜਿਸ ਕਰਕੇ ਉਸਦੇ ਪੇਟ ਦਾ ਪਾਣੀ ਮਲ ਰਸਤੇ ਰਾਹੀਂ ਨਿਕਲ ਗਿਆ ਤੇ ਤੰਦਰੁਸਤ ਹੋ ਗਿਆ। ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪ੍ਰਤਾਪ ਹੈ ਅਤੇ ਇਸ ਸਾਖੀ ਨੂੰ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਲਿਖਿਆ ਹੈ, ਜੋ ਕਿ ਚੌਥੀ ਰਾਸ ਦੇ ਅੰਸ਼ੂ 50ਵੇਂ ਦੇ ਵਿੱਚ ਦਰਜ ਹੈ। ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਹਨ, ਸੁਨਤ ਬੰਦਗੀ ਕਰ ਹਰ ਖਾਇਓ, ਸਤਿਗੁਰ ਧਨ ਮੋਹੇ ਅਪਨਾਇਓ। ਰੋਗ ਜਲੋਦਰ ਉਦਰ ਬਿਸਾਲਾ, ਪੀੜਾ ਦੇਤ ਮਹਾ ਸਭ ਕਾਲਾ। ਪਰਿਓ ਸਦਨ ਬਿਲ ਲਾਵਤ ਰਹੋ, ਹੋਤ ਬਿਖਾਦ ਸਕਲ ਹੀ ਸਹੋ। ਨਿਕਟ ਗਰੀ ਮਹਿ ਸਿੱਖ ਇਕ ਜਾਵਤ, ਪਾਠ ਸੁਖਮਨੀ ਮੁਖੋਂ ਅਲਾਵਤ। ਜਬ ਮਮ ਕਾਨ ਪਰੀ ਧੁਨ ਆਨ, ਪੀਰਾ ਭਈ ਉਦਰ ਕੀ ਹਾਨ। ਸਿੱਖ ਇਸ਼ਨਾਨ ਹਿਤ ਗਇਓ ਅਗਾਰੀ, ਹੋਣ ਲੱਗੀ ਬਾਧਾ ਪੁਨ ਭਾਰੀ। ਕਿਤਕ ਬੇਰ ਮਹਿ ਸਿੱਖ ਪੁਨ ਆਇਓ, ਪਾੜ ਸੁਖਮਨੀ ਮੈਂ ਸੁਨ ਪਾਇਓ। ਬਹਿਰ ਭਇਓ ਸੁਖ ਹਿਰਦੇ ਵਿਚਾਰਾ, ਇਸ ਦੇ ਮਿਟਤ ਕਸ਼ਟ ਮਮ ਭਾਰਾ। ਇਤਨੇ ਮਹਿ ਸਿੱਖ ਜਬ ਚਲ ਗਇਓ, ਧੁਨ ਕੋ ਸੁਨਤ ਨ ਮੈਂ ਪੁਨ ਭਇਓ। ਬਾਧਾ ਅਦਕ ਬਦੀ ਤਬ ਮੇਰੇ, ਜਾਨੀ ਮਹਿਮਾ ਮਨ ਤਿਸ ਬੇਰੇ। ਪਠ ਕਰ ਨਰ ਕੋ ਸੋ ਬੁਲਵਾਇਓ, ਜਬ ਗੁਰ ਸਿੱਖ ਨਿਕਟ ਚਲ ਆਇਓ। ਸਰਬ ਬਿਰਤਾਂਤ ਬੂਝ ਕਰ ਰਾਖਾ, ਪਾਠ ਸੁਖਮਨੀ ਥਿਤ ਹਵੈ ਭਾਖਾ। ਜਬ ਲੋ ਸੁਨਿਓ ਨ ਪੀਰਾ ਭਈ, ਹਟੇ ਪਾਠ ਪੁਨ ਤੈਸੇ ਥਈ। ਤਬ ਮੈਂ ਸਿੱਖ ਅਪਰ ਢਿਗ ਰਾਖੇ, ਨਿਸ ਦਿਨ ਪਾਠ ਸੁਖਮਨੀ ਭਾਖੇ। ਮਾਨਿਓ ਗੁਰ ਹਿਤ ਕਰਨ ਕਰਾਹੋ, ਸੁਨਤ ਸੁਨਤ ਪਾ ਸਭ ਰੁਜ ਦਾਹੋ। ਕਿਤਕ ਦਿਓਸ ਮਹਿ ਭਇਓ ਆਰਾਮ, ਕਰ ਇਸ਼ਨਾਨ ਰੁਜ ਗਏ ਤਮਾਮ। ਬੜੇ ਗੁਰਨ ਢਿਗ ਮੈਂ ਤਬ ਆਇਓ, ਸਕਲ ਬਿਨੈ ਭਨ ਸੀਸ ਨਿਵਾਇਓ। ਔਰ ਸ਼ਰਧਾ ਲਖ ਕੈ ਸਿੱਖ ਕੀਨੋ, ਲਿਓ ਅਲੰਬ ਭਇਓ ਰੁਜਹੀਨੋ। ਇਮ ਮੋਕੋ ਗੁਰ ਤੇ ਇਮ ਮੋਕੋ ਗੁਰ ਭੇ ਸੁਖਦਾਈ, ਰੋਗ ਸੋਗ ਤੇ ਲੀਨ ਬਚਾਈ। ਤਬ ਕੋ ਮੈਂ ਸਿੱਖ ਰਾਵਰ ਘਰ ਕੋ, ਅਪਰ ਨ ਪ੍ਰਿਯ ਤੁਮ ਤੇ ਮਮ ਉਰ ਕੋ। ਸੋ ਇਹ ਸੀ ਵਜ਼ੀਰ ਖਾਂ ਦੀ ਸਾਖੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਮਹਾਤਮ ਦੇ ਪ੍ਰਥਾਏ। ਅੱਗੇ ਵੀ ਅਸੀਂ ਆਪ ਜੀ ਨਾਲ 2-3 ਦੇ ਸਾਖੀਆਂ ਦੇ ਰੂਪ ਵਿੱਚ ਅਲੱਗ-ਅਲੱਗ ਆਡੀਓ ਵੀਡੀਓ ਦੇ ਵਿੱਚ ਸਾਂਝ ਪਾਵਾਂਗੇ। ਸੁਖਮਨੀ ਸਾਹਿਬ ਜੀ ਦਾ ਮਹਾਤਮ ਆਪ ਜੀ ਨੇ ਜ਼ਰੂਰ ਸਰਵਣ ਕਰਨਾ, ਔਰ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਪੜ੍ਹਨੇ ਅਤੇ ਸਰਵਣ ਕਰਨੇ ਹਨ। ਵੱਧ ਤੋਂ ਵੱਧ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।